स्वागत है जी ਤੁਹਾਡਾ ਦਲਜੀਤ ਐਜੂਕੇਸ਼ਨ ਵਰਲਡ ਦੇ ਉੱਤੇ ਤੇ ਹਾਜ਼ਰ ਹਾਂ ਜੀ ਇੱਕ ਇੰਗਲਿਸ਼ ਦਾ ਅਗਲਾ ਟੌਪਿਕ ਅਗਲਾ ਲੈਕਚਰ ਲੈ ਕੇ। ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਲੈਕਚਰ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਲੈਂਗੁਏਜ ਐਜ਼ ਅ ਮੀਨਸ ਆਫ ਕਮਿਊਨੀਕੇਸ਼ਨ ਐਂਡ ਥਿੰਕਿੰਗ ਦੀ। ਇਹਦੇ ਵਿੱਚੋਂ ਜਿਹੜਾ ਅਸੀਂ ਲੈਂਗੁਏਜ ਐਜ਼ ਅ ਮੀਨਸ ਆਫ ਕਮਿਊਨੀਕੇਸ਼ਨ ਹੈ ਉਹਦੇ ਬਾਰੇ ਆਲਰੇਡੀ ਗੱਲ ਕਰ ਚੁੱਕੇ ਸੀ ਜੀ, ਜਿਹਦੇ 'ਚ ਅਸੀਂ 4 ਬੇਸਿਕ ਸਕਿੱਲਸ ਦੀ ਗੱਲ ਕੀਤੀ ਸੀ ਕਿ ਲਿਸਨਿੰਗ, ਸਪੀਕਿੰਗ, ਰਾਈਟਿੰਗ ਐਂਡ ਰੀਡਿੰਗ। ਕਿਉਂਕਿ ਕੋਈ ਵੀ ਤੁਸੀਂ ਲੈਂਗੁਏਜ ਬੋਲਣੀ ਹੈ, ਸਿੱਖਣੀ ਹੈ, ਲਿਖਣੀ ਹੈ ਤਾਂ ਇਹ ਚਾਰੋਂ ਕੰਪੋਨੈਂਟਸ ਦੇ ਵਿੱਚ ਤੁਹਾਨੂੰ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਫਿਰ ਹੀ ਕੋਈ ਲੈਂਗੁਏਜ ਜਿਹੜੀ ਸਹੀ ਤਰੀਕੇ ਦੇ ਨਾਲ ਲਿਖੀ, ਸਿੱਖੀ, ਬੋਲੀ ਜਾ ਸਕਦੀ ਹੈ। ਅਤੇ ਸਾਡਾ ਜਿਹੜਾ ਅੱਧਾ ਟੌਪਿਕ ਰਹਿ ਗਿਆ ਸੀ ਕਿ ਜਿਹੜਾ ਲੈਂਗੁਏਜ ਐਂਡ ਥਿੰਕਿੰਗ, ਕਿ ਲੈਂਗੁਏਜ ਦਾ ਥਿੰਕਿੰਗ ਦੇ ਨਾਲ ਕੀ ਸੰਬੰਧ ਹੈ। ਠੀਕ ਹੈ, ਅੱਜ ਅਸੀਂ ਉਸੇ ਚੈਪਟਰ ਦਾ ਹਾਫ ਪਾਰਟ ਜਿਹੜਾ ਰਹਿ ਗਿਆ ਸੀ ਅੱਜ ਉਹਦੀ ਗੱਲ ਕਰਨ ਲੱਗੇ ਹਾਂ ਕਿ ਲੈਂਗੁਏਜ ਐਂਡ ਥਿੰਕਿੰਗ ਕੀ ਹੁੰਦੀ ਹੈ। ਠੀਕ ਹੈ, ਸੋ ਵਿਦਾਊਟ ਵੇਸਟਿੰਗ ਟਾਈਮ ਤਾਂ ਲੈਟ ਅਸ ਸਟਾਰਟ ਦਾ ਟੌਪਿਕ। ਸੋ ਲੈਂਗੁਏਜ ਐਂਡ ਥਿੰਕਿੰਗ ਆਰ ਕਲੋਜ਼ਲੀ ਰਿਲੇਟਿਡ, ਬਹੁਤ ਹੀ ਗਹਿਰਾ ਸੰਬੰਧ ਹੈ ਇਹਨਾਂ ਦਾ ਆਪਸ ਵਿੱਚ। So the capacity to solve problems in teaching learning process is a way to help students to gain proper and maximum knowledge within and outside the school। ਦੇਖੋ ਜਿਹੜੀ ਤੁਹਾਡੀ ਕਪੈਸਿਟੀ ਹੈ ਟੂ ਸੋਲਵ ਦਾ ਪ੍ਰੋਬਲਮ, ਮਤਲਬ ਪ੍ਰੋਬਲਮ ਸੋਲਵਿੰਗ ਕਪੈਸਿਟੀ ਹੈ ਤੁਹਾਡੀ। ਉਹਦਾ ਮਤਲਬ ਹੁੰਦਾ ਹੈ ਕਿ ਪ੍ਰੋਬਲਮ ਸੋਲਵਿੰਗ ਕਪੈਸਿਟੀ ਦਾ ਮਤਲਬ ਹੈ ਕਿ ਜੋ ਤੁਹਾਨੂੰ ਲਾਈਫ ਦੇ ਵਿੱਚ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ, ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡੇ 'ਚ ਅਬਿਲਿਟੀ ਕਿੰਨੀ ਕੁ ਅਬਿਲਿਟੀ ਹੈ, ਕਿੰਨੀ ਕੁ ਤੁਹਾਡੇ 'ਚ ਮਤਲਬ ਉਹ ਕਪੈਸਿਟੀ ਹੈ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ, ਉਸ ਪ੍ਰੋਬਲਮ ਨੂੰ ਫੇਸ ਕਰਨ ਦੀ, ਉਹਦਾ ਕੋਈ ਪਰਟੀਕੂਲਰ ਸੂਟੇਬਲ ਸੋਲਿਊਸ਼ਨ ਕੱਢਣ ਦੀ। ਠੀਕ ਹੈ, ਅਤੇ ਜਿਹੜੀ ਇਹ ਪ੍ਰੋਬਲਮ ਸੋਲਵਿੰਗ ਅਬਿਲਿਟੀ ਹੈ, ਕਪੈਸਿਟੀ ਹੈ, ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਸਾਡੀਆਂ ਲਾਈਫ ਦੀਆਂ ਪਰਸਨਲ ਪ੍ਰੋਬਲਮਸ ਦੀ ਨਹੀਂ ਇੱਥੇ ਅਸੀਂ ਗੱਲ ਕਰ ਰਹੇ, ਐਜੂਕੇਸ਼ਨਲ ਪ੍ਰੋਬਲਮਸ ਦੀ ਗੱਲ ਕਰ ਰਹੇ ਹਾਂ। ਅਤੇ ਜਿਹੜਾ ਇਜ਼ ਅ ਵੇ ਟੂ ਹੈਲਪ ਸਟੂਡੈਂਟਸ ਟੂ ਗੇਨ ਪ੍ਰੋਪਰ ਐਂਡ ਮੈਕਸਿਮਮ ਨੌਲੇਜ ਵਿਦਇਨ ਐਂਡ ਆਊਟਸਾਈਡ। ਅਤੇ ਜਿਹੜੀ ਪ੍ਰੋਬਲਮ ਸੋਲਵਿੰਗ ਕਪੈਸਿਟੀ ਹੈ ਬੱਚਿਆਂ ਦੇ ਵਿੱਚ ਡਿਵੈਲਪ ਕਰਨੀ, ਉਹ ਇੱਕ ਵੇ ਹੈ ਕਿ ਤੁਸੀਂ ਪ੍ਰੋਪਰ ਅਤੇ ਮੈਕਸੀਮਮ ਨੌਲੇਜ ਪ੍ਰਾਪਤ ਕਰ ਸਕੋ ਵਿਦਇਨ ਸਕੂਲ ਐਂਡ ਆਊਟਸਾਈਡ ਦਾ ਸਕੂਲ, ਸਕੂਲ ਦੇ ਵਿੱਚ ਅਤੇ ਸਕੂਲ ਦੇ ਬਾਹਰ। ਕਿਉਂਕਿ ਪ੍ਰੋਬਲਮਸ ਨੂੰ ਸੋਲਵ ਕਰਨ ਦੀ ਜੇ ਤੁਹਾਡੇ 'ਚ ਇੱਕ ਵਾਰੀ ਕਲਾ ਆ ਗਈ ਅਤੇ ਫਿਰ ਉਹ ਚਾਹੇ ਐਜੂਕੇਸ਼ਨਲ ਪ੍ਰੋਬਲਮ ਹੋਣ ਜਾਂ ਫਿਰ ਪਰਸਨਲ ਪ੍ਰੋਬਲਮਸ ਹੋਣ, ਸੋਸ਼ਲ ਪ੍ਰੋਬਲਮਸ ਹੋਣ, ਤੁਸੀਂ ਉਹਨਾਂ ਨੂੰ ਉਸੇ ਮੈਥਡ ਦੇ ਨਾਲ, ਉਸੇ ਸਟਰੈਟਜੀ ਦੇ ਨਾਲ ਸੋਲਵ ਕਰ ਸਕਦੇ ਹੋ। ਇਨਸਾਈਡ ਮਤਲਬ ਡਿਊਰਿੰਗ ਸਕੂਲ, ਅਤੇ ਆਊਟਸਾਈਡ ਮਤਲਬ ਜਦੋਂ ਤੁਹਾਡੀ ਸਕੂਲਿੰਗ ਹੋ ਜਾਂਦੀ ਹੈ ਅਤੇ ਤੁਸੀਂ ਆਪਣੀ ਲਾਈਫ ਦੇ ਵਿੱਚ ਵਿਚਰਦੇ ਹੋ, ਹੈ ਨਾ। ਉਸ ਤੋਂ ਬਾਅਦ ਹੈ ਦ ਸਟੂਡੈਂਟਸ ਸ਼ੁੱਡ ਹੈਵ ਕੈਪੈਸਿਟੀ ਟੂ ਸੋਲਵ ਪ੍ਰੋਬਲਮਸ ਬੋਥ ਰੇਸ਼ਨਲੀ ਐਂਡ ਅਟੈਂਟਿਵਲੀ ਫੋਰ ਗੇਨਿੰਗ ਸਕਸੈਸ ਇਨ ਦ ਸਕੂਲ ਐਂਡ ਆਊਟਸਾਈਡ ਦਾ ਸਕੂਲ। ਜਿਹੜੀ ਉਹ ਕਹਿੰਦਾ ਹੈ ਕਿ ਜਿਹੜੇ ਸਟੂਡੈਂਟ ਹੈ ਤੁਹਾਡੇ 'ਚ ਕਪੈਸਿਟੀ ਬਣ ਜਾਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ ਪ੍ਰੋਬਲਮ ਨੂੰ ਸੋਲਵ ਕਰਨ ਦੀ ਦੋਨੋਂ ਤਰੀਕਿਆਂ ਦੇ ਨਾਲ। ਇੱਕ ਤਾਂ ਰੈਸ਼ਨਲੀ ਯਾਨੀ ਕਿ ਤਰਕ ਨਾਲ, ਤਰਕਸ਼ੀਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਅਤੇ ਅਟੈਂਟਿਵਲੀ ਮਤਲਬ ਧਿਆਨ ਨਾਲ, ਉਹਦਾ ਤਰਕ 'ਤੇ ਆਧਾਰ 'ਤੇ ਬਹੁਤ ਹੀ ਧਿਆਨ ਦੇ ਨਾਲ ਉਸ ਚੀਜ਼ ਨੂੰ ਦੇਖ ਕੇ। ਕਿਉਂਕਿ ਜਦੋਂ ਤੱਕ ਅਸੀਂ ਕਿਸੇ ਚੀਜ਼ ਨੂੰ ਧਿਆਨ ਨਾਲ ਪੜ੍ਹਦੇ ਨਹੀਂ, ਸਟੱਡੀ ਨਹੀਂ ਕਰਦੇ, ਦੇਖਦੇ ਨਹੀਂ, ਉਦੋਂ ਤੱਕ ਉਹਦਾ ਸੋਲਿਊਸ਼ਨ ਕੱਢਣਾ ਬਹੁਤ ਦੂਰ ਦੀ ਗੱਲ ਹੈ। ਜਦ ਤੱਕ ਸਾਨੂੰ ਇਹ ਨਹੀਂ ਪਤਾ ਕਿ ਵਟ ਇਜ਼ ਦਾ ਪ੍ਰੋਬਲਮ, ਵਟ ਇਜ਼ ਦਾ ਐਕਚੁਅਲ ਪ੍ਰੋਬਲਮ। ਸੋ ਸਮ ਥਿੰਕਿੰਗ ਸਕਿੱਲਸ ਆਰ ਹੈਲਪਫੁਲ ਇਨ ਟੀਚਿੰਗ ਲਰਨਿੰਗ ਪ੍ਰੋਸੈਸ। ਜਿਹੜੇ ਕੁਛ ਸਾਡੇ ਥਿੰਕਿੰਗ ਸਕਿੱਲਸ ਹੁੰਦੀਆਂ ਨੇ ਉਹ ਇਸ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਸਾਡੇ ਕੰਮ ਆਉਂਦੀਆਂ ਨੇ। ਸੋ ਥਿੰਕਿੰਗ ਸਕਿੱਲ ਕੈਨ ਬੀ ਡਿਵਾਈਡਡ ਇਨਟੂ 3 ਕੈਟਾਗਰੀਜ਼। ਥਿੰਕਿੰਗ ਸਕਿੱਲ ਮਤਲਬ ਤੁਸੀਂ ਕੁਛ ਸੋਚਦੇ ਹੋ, ਤੁਸੀਂ ਕੋਈ ਪ੍ਰੋਬਲਮ ਦੀ ਸੋਲਿਊਸ਼ਨ ਕੱਢਣੀ ਤਾਂ ਵੀ ਤੁਸੀਂ ਸੋਚੋਗੇ ਕਿ ਇਹਦਾ ਕੀ ਹੱਲ ਹੋ ਸਕਦਾ ਹੈ, ਇਹਦਾ ਆਹ ਹੱਲ ਹੋ ਸਕਦਾ, ਨਹੀਂ ਇਹਦਾ ਆਹ ਨਹੀਂ, ਆਹ ਹੱਲ ਹੋ ਸਕਦਾ ਹੈ। ਸੋ ਇਹ ਚੀਜ਼ਾਂ ਦੇ ਲਈ ਆਪਣੀ ਕਪੈਸਿਟੀ ਨੂੰ ਵਧਾਉਣ ਦੇ ਲਈ ਜਿਹੜੀਆਂ 3 ਕੈਟੇਗਰੀਜ਼ ਹੁੰਦੀਆਂ ਨੇ ਥਿੰਕਿੰਗ ਦੀਆਂ, ਅਤੇ ਅਸੀਂ ਉਹਨੂੰ ਕੈਟੇਗਰੀ 'ਚ ਡਿਵਾਈਡ ਕਰ ਸਕਦੇ ਕਿ ਜੇ ਇਹੋ ਜਿਹਾ ਸੋਚਣਾ ਤਾਂ ਕੀ ਕਰਾਂਗੇ, ਇਹੋ ਜਿਹਾ ਸੋਚਣਾ ਤਾਂ ਕੀ। ਲਾਈਕ 3 ਕੈਟੇਗਰੀਜ਼ ਕਿਹੜੀਆਂ ਹੁੰਦੀਆਂ ਨੇ, ਗੱਲ ਕਰ ਲੈਂਦੇ ਹਾਂ ਕਿ ਇੱਕ ਤਾਂ ਹੁੰਦੀ ਹੈ ਜੀ ਕ੍ਰੀਏਟਿਵ ਥਿੰਕਿੰਗ, ਲੌਜੀਕਲ ਥਿੰਕਿੰਗ ਅਤੇ ਕ੍ਰਿਟੀਕਲ ਥਿੰਕਿੰਗ। 3 ਟਾਈਪਸ ਆਫ
ਥਿੰਕਿੰਗ ਸਕਿੱਲ ਦੀ ਜਿਹੜਾ ਵਾ ਇਹਨੂੰ ਅਸੀਂ 3 ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਜੀ, ਕ੍ਰੀਏਟਿਵ ਥਿੰਕਿੰਗ, ਲੌਜੀਕਲ ਥਿੰਕਿੰਗ ਅਤੇ ਕ੍ਰਿਟੀਕਲ ਥਿੰਕਿੰਗ ਵਿੱਚ। ਅਤੇ ਚਲੋ ਫਿਰ ਟਾਈਮ ਵੇਸਟ ਕੀਤੇ ਬਿਨਾਂ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਲੈਟ ਅਸ ਡਿਸਕਸ ਥੀਸ ਥਿੰਗਸ ਵਨ ਬਾਏ ਵਨ। First of all, we will talk about creative thinking. Creative thinking ਕੀ ਹੁੰਦੀ ਹੈ? The creative thinking skills use very different approach, ਬਹੁਤ ਹੀ different ਤੇ ਅਲੱਗ approach ਜਿਹੜੇ ਇਹ ਦਿੰਦੇ ਆ। They involve a much more relaxed, open, playful approach. ਇਹਨੂੰ ਬਹੁਤ ਜ਼ਿਆਦਾ ਰਿਲੈਕਸਡ ਅਪਰੋਚ ਕਿਹਾ ਗਿਆ ਹੈ, ਬਹੁਤ ਜ਼ਿਆਦਾ ਪਲੇਫੁਲ ਅਪਰੋਚ ਕਿਹਾ ਗਿਆ ਹੈ, ਕਿਉਂਕਿ ਬਰਡਨ ਜਿਹੜਾ ਨਹੀਂ ਹੁੰਦਾ ਸਾਡੇ 'ਤੇ। ਤੁਸੀਂ ਖੁਦ ਹੀ ਦੇਖੋ, ਕ੍ਰੀਏਟਿਵ ਦਾ ਮਤਲਬ ਕੀ ਹੁੰਦਾ ਹੈ? ਆਰਟਿਸਟਿਕ, ਕ੍ਰੀਏਟੀਵਿਟੀ ਵਾਲੀ। ਅਤੇ ਜਦੋਂ ਤੁਸੀਂ ਕੋਈ ਕ੍ਰੀਏਟਿਵ ਚੀਜ਼ ਕਰਦੇ ਹੋ, ਫੋਰ ਐਗਜ਼ਾਮਪਲ ਤੁਸੀਂ ਕੋਈ ਡਰਾਇੰਗ ਕਰਦੇ ਹੋ ਨਾ, ਤੁਹਾਨੂੰ ਇੱਕ ਪਲੈਜ਼ਰ ਮਿਲ ਰਿਹਾ ਹੁੰਦਾ ਹੈ, ਤੁਹਾਡੇ 'ਤੇ ਕੋਈ ਬਰਡਨ ਨਹੀਂ ਹੁੰਦਾ, ਤੁਸੀਂ ਰਿਲੈਕਸ ਹੁੰਦੇ ਹੋ। ਅਤੇ ਉਹ ਮਤਲਬ ਡਰਾਇੰਗ ਦੀ ਥਾਂ 'ਤੇ ਤੁਸੀਂ ਕੋਈ ਮੈਥਮੈਟਿਕਸ ਦੇ ਐਲਜੈਬਰਿਕ ਪ੍ਰੋਬਲਮ ਸੋਲਵ ਕਰ ਰਹੇ ਹੋਵੋ, ਅਤੇ ਜਿਹੜਾ ਤੁਹਾਡੇ ਦਿਮਾਗ 'ਤੇ ਇੱਕ ਬਰਡਨ ਹੋਏਗਾ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋਵੋਗੇ ਕਿ ਨਹੀਂ ਇੱਥੇ ਆਹ ਫਾਰਮੂਲਾ ਨਹੀਂ ਲੱਗਣਾ, ਇੱਥੇ ਆਹ ਲੱਗਣਾ ਹੈ, ਨਹੀਂ ਇਹਦੀ ਕੈਲਕੂਲੇਸ਼ਨ ਆਹ ਨਹੀਂ, ਆਹ ਹੋਣੀ ਚਾਹੀਦੀ ਸੀ, ਕਿਤੇ ਮੈਂ ਗਲਤ ਤਾਂ ਨਹੀਂ ਕਰਤਾ। ਇਹੋ ਜਿਹੀਆਂ ਚੀਜ਼ਾਂ ਸਾਡੇ ਮਾਈਂਡ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ ਵੈਨ ਵੀ ਆਰ ਸੋਲਵਿੰਗ ਐਨੀ ਐਲਜੈਬਰਿਕ ਪ੍ਰੋਬਲਮ, ਠੀਕ ਹੈ। ਪਰ ਜਦੋਂ ਤੁਸੀਂ ਕ੍ਰੀਏਟਿਵ ਕੁਛ ਕਰ ਰਹੇ ਹੁੰਦੇ ਹੋ, ਤੁਸੀਂ ਬਿਲਕੁਲ ਰਿਲੈਕਸ ਹੁੰਦੇ ਹੋ, ਪਲੇਫੁਲ ਮੂਡ ਦੇ ਵਿੱਚ ਹੁੰਦੇ ਹੋ, ਸਾਡੇ ਮਾਈਂਡ ਦੇ ਵਿੱਚ ਕੋਈ ਬਰਡਨ ਨਹੀਂ ਹੁੰਦਾ। ਸੋ ਸਮ ਟੈਕਨੀਕਸ ਨੇ ਜੀ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ, ਦੀਜ਼ ਆਰ ਸਮ ਟੈਕਨੀਕਸ ਜਿਹੜੀਆਂ ਹੈਲਪ ਕਰਦੀਆਂ ਨੇ ਜੀ ਕ੍ਰੀਏਟਿਵ ਥਿੰਕਿੰਗ ਦੇ ਲਈ। ਮਤਲਬ ਇਹੀ ਸਭ ਕੁਛ ਨਹੀਂ ਗਾ, ਕ੍ਰੀਏਟਿਵ ਥਿੰਕਿੰਗ ਨਹੀਂ ਗੀ। ਜੇ ਤੁਸੀਂ ਇਹ ਪੁਆਇੰਟਸ ਨੂੰ ਕਹੋ ਕਿ ਆਰ ਦੀਜ਼ ਕ੍ਰੀਏਟਿਵ ਥਿੰਕਿੰਗ, ਨੋ, these are not creative thinking, these are some techniques that can be used to improve your creative thinking. ਤੁਹਾਡੀ ਕ੍ਰੀਏਟਿਵ ਥਿੰਕਿੰਗ ਨੂੰ ਵਧਾਉਣ ਦੇ ਲਈ, ਇੰਪਰੂਵ ਕਰਨ ਦੇ ਲਈ ਤੁਸੀਂ ਇਹ ਟੈਕਨੀਕਸ ਨੂੰ ਯੂਜ਼ ਕਰ ਸਕਦੇ ਹੋ। ਸੋ ਵੈਰੀ ਫਸਟ ਇਜ਼ ਲੁੱਕ ਫॉर ਮੈਨੀ ਪੋਸੀਬਲ ਆਨਸਰਸ ਆਫ ਕੁਐਸਚਨਸ। ਮਤਲਬ ਇੱਕ ਚੀਜ਼ ਦੇ ਕੁਐਸਚਨ ਦੇ ਜਿੰਨੇ ਵੀ ਪੋਸੀਬਲ ਆਨਸਰ ਹੋ ਸਕਦੇ ਨੇ ਉਹਦੇ ਬਾਰੇ ਸੋਚਣਾ। ਇਹ ਨਹੀਂ ਕਿ ਕੁਐਸਚਨ ਹੈ ਉਹਦਾ ਆਨਸਰ ਦਿੱਤਾ, ਨੋ। ਕ੍ਰੀਏਟਿਵ ਥਿੰਕਿੰਗ ਦੇ ਲਈ, ਆਪਣੇ ਮਾਈਂਡ ਨੂੰ ਕ੍ਰੀਏਟਿਵ ਬਣਾਉਣ ਦੇ ਲਈ ਤੁਸੀਂ ਸੋਚੋ ਕਿ ਇਹਦਾ ਹੋਰ ਕੀ ਆਨਸਰ ਹੋ ਸਕਦਾ। ਜਿੰਨੇ ਵੀ ਪੋਸੀਬਲ ਤੁਸੀਂ ਸੋਚ ਸਕਦੇ ਹੋ ਉਸ ਦੇ ਆਨਸਰ ਤੁਸੀਂ ਜ਼ਰੂਰ ਦੇਖਣੇ ਨੇ। ਕੁਛ ਚੀਜ਼ਾਂ ਤਾਂ ਹੁੰਦੀਆਂ ਜਿਹਦੇ ਬਹੁਤ ਜ਼ਿਆਦਾ ਪੋਸੀਬਲ ਆਨਸਰ ਸਾਨੂੰ ਮਿਲ ਜਾਂਦੇ, ਕੁਛ ਚੀਜ਼ਾਂ ਹੁੰਦੀਆਂ ਜਿਹਦੇ ਬਹੁਤ ਘੱਟ ਮਿਲਦੇ ਨੇ, ਅਤੇ ਕਈ ਐਸੀਆਂ ਵੀ ਹੁੰਦੀਆਂ ਜਿਹਦਾ ਸਿਰਫ ਇੱਕ ਹੀ ਪੋਸੀਬਲ ਆਨਸਰ ਹੋ ਸਕਦਾ। ਬਟ ਅਸੀਂ ਤਾਂ ਕੋਈ ਵੀ ਕੁਐਸਚਨ ਲੈ ਸਕਦੇ ਹਾਂ ਜਿਹਦੇ ਜ਼ਿਆਦਾ ਤੋਂ ਜ਼ਿਆਦਾ ਪੋਸੀਬਲ ਆਨਸਰ ਹੋਣ। ਅਲਾਓ yourself ਟੂ ਮੇਕ ਵਾਈਲਡ ਐਂਡ ਕ੍ਰੇਜ਼ੀ ਸਜੈਸ਼ਨਸ। ਆਪਣੇ ਆਪ ਨੂੰ ਅਲਾਓ ਕਰੋ ਕਿ ਤੁਸੀਂ ਵਾਈਲਡ ਐਂਡ ਕ੍ਰੇਜ਼ੀ ਸਜੈਸ਼ਨਸ ਦਿਓ, ਜੋ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਕਿ ਨਹੀਂ ਐਂ ਹੋ ਸਕਦਾ ਹੈ, ਐਂ ਨਹੀਂ ਹੋ ਸਕਦਾ। ਇਹੋ ਜਿਹੀ ਤੁਸੀਂ ਆਪਣੀ ਕ੍ਰੇਜ਼ੀ ਅਤੇ ਵਾਈਲਡ ਜਿਹੜੇ ਸਜੈਸ਼ਨਸ ਹੈ ਉਹ ਦੇਣੇ ਹੈਗੇ ਆ। ਇਹਦੇ ਨਾਲ ਤੁਹਾਡੀ ਕ੍ਰੀਏਟਿਵ ਥਿੰਕਿੰਗ ਜਿਹੜੀ ਇੰਪਰੂਵ ਹੋਵੇਗੀ। ਬ੍ਰੇਨਸਟੋਰਮ ਆਈਡੀਆਜ਼ ਔਨ ਵਨ ਟੋਪਿਕ ਔਨ ਟੂ ਅ ਲਾਰਜ ਪੀਸ ਆਫ ਪੇਪਰ। ਜਿਨ੍ਹਾਂ ਨੂੰ ਰਜੇ ਬ੍ਰੇਨਸਟੋਰਮ ਬਾਰੇ ਨਹੀਂ ਪਤਾ, ਬ੍ਰੇਨਸਟੋਰਮਿੰਗ ਬਾਰੇ ਨਹੀਂ ਪਤਾ, ਤਾਂ ਮੈਂ ਪਹਿਲਾਂ ਥੋੜ੍ਹਾ ਜਿਹਾ ਬ੍ਰੇਨਸਟੋਰਮਿੰਗ ਬਾਰੇ ਦੱਸ ਦੇਵਾਂ। ਬ੍ਰੇਨਸਟੋਰਮਿੰਗ ਕੀ ਹੁੰਦੀ ਹੈ ਕਿ ਬ੍ਰੇਨ ਦਾ ਮਤਲਬ ਸਾਡਾ ਦਿਮਾਗ, ਅਤੇ ਸਟੋਰਮ ਦਾ ਮਤਲਬ ਹਨੇਰੀ ਝੱਖੜ। ਜਦੋਂ ਸਾਡੇ ਦਿਮਾਗ ਦੇ ਵਿੱਚ ਸੋਚਾਂ ਦੇ ਹਨੇਰੀ ਝੱਖੜ ਆਉਣ ਤਾਂ ਮਤਲਬ ਕਿ ਤੁਸੀਂ ਇੱਕ ਚੀਜ਼ ਲੈ ਲਈ, ਇੱਕ ਆਈਡੀਆ ਲੈ ਲਿਆ, ਇੱਕ ਟੋਪਿਕ ਲੈ ਲਿਆ, ਉਹਦੇ ਬਾਰੇ ਫਿਰ ਤੁਸੀਂ ਸੋਚਣੇ ਆ ਆਪਣੇ ਵਿਚਾਰ, ਅਤੇ ਉਹਨੂੰ ਪੇਪਰ ਦੇ ਵਿੱਚ 'ਤੇ ਨੋਟ ਕਰਨਾ। ਬ੍ਰੇਨਸਟੋਰਮਿੰਗ ਮੈਥਡ ਵੀ ਹੁੰਦਾ ਹੈ ਟੀਚਿੰਗ ਦੇ ਵਿੱਚ, ਪੜ੍ਹਾਉਣ ਦੇ ਵਿੱਚ। ਉਹ 'ਚ ਟੀਚਰ ਕੀ ਕਰਦਾ ਹੈ, ਬੱਚਿਆਂ ਨੂੰ ਕਹਿੰਦਾ ਹੈ ਕਿ ਇੱਕ ਟੋਪਿਕ ਦੇ ਕੇ ਕਿ ਇਹਦੇ ਜੋ ਤੁਹਾਨੂੰ ਪੋਸੀਬਲ ਆਨਸਰ ਲੱਗਦੇ ਨੇ ਸੋਚੋ, ਅਤੇ ਉਹਨਾਂ ਨੂੰ ਬਲੈਕ ਬੋਰਡ 'ਤੇ ਲਿਖੋ। ਫਿਰ ਸਾਰੇ ਬੱਚੇ ਜਦੋਂ ਆਪਣੇ ਆਪਣੇ ਜਿਹੜੇ ਆਈਡੀਆਜ਼ ਨੂੰ ਉੱਥੇ ਬਲੈਕ ਬੋਰਡ 'ਤੇ ਲਿਖ ਦਿੰਦੇ ਨੇ ਜਾਂ ਕਾਪੀਆਂ 'ਤੇ ਲਿਖ ਲੈਂਦੇ ਨੇ, ਫਿਰ ਉਹਨਾਂ ਵਿੱਚੋਂ ਬੈਸਟ ਵਨ ਜਿਹੜੇ ਉਹ ਚੂਜ਼ ਕਰ ਲਏ ਜਾਂਦੇ ਆ, ਠੀਕ ਹੈ। ਅਤੇ ਇੱਥੇ ਉਹ ਕੀ ਕਹਿ ਰਿਹਾ ਕਿ ਬ੍ਰੇਨਸਟੋਰਮ ਆਈਡੀਆ ਔਨ ਵਨ ਟੋਪਿਕ, ਜਿਹੜਾ ਇੱਕ ਟੋਪਿਕ 'ਤੇ ਬ੍ਰੇਨਸਟੋਰਮ ਕਰੋ ਆਈਡੀਆ, ਅਤੇ ਉਹਨੂੰ ਇੱਕ ਵੱਡੇ ਪੇਪਰ ਦੇ ਉੱਤੇ, ਪੇਜ ਦੇ ਉੱਪਰ ਲਿਖੋ। ਡੋਂਟ ਐਡਿਟ ਦੀਜ਼, ਜਸਟ ਰਾਈਟ ਦੈਮ ਡਾਊਨ।
ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਹੈ ਉਹਨੂੰ ਲਿਖੋ, ਉਹਨਾਂ ਨੂੰ ਐਡਿਟ ਕਰਨ ਦੀ ਲੋੜ ਨਹੀਂ ਹੈ। ਡਰੋ ਆ ਪੇਂਟ ਔਰ ਥਿਊਰੀ ਔਨ ਪੇਪਰ। ਫਿਰ ਤੁਸੀਂ ਹੋਰ ਕੀ ਕਰ ਸਕਦੇ ਹੋ, ਪੇਪਰ ਦੇ ਉੱਪਰ ਥਿਊਰੀ ਲਿਖ ਸਕਦੇ ਹੋ, ਡਰੋ ਕਰ ਸਕਦੇ ਹੋ, ਪੇਂਟ ਕਰ ਸਕਦੇ ਹੋ ਕਿਸੇ ਵੀ ਟੌਪਿਕ ਨੂੰ, ਥੀਮ ਨੂੰ। ਆਸਕ ਦ ਸੇਮ ਕੁਐਸਚਨ ਐਟ ਲੀਸਟ 20 ਟਾਈਮਸ ਐਂਡ ਗਿਵ ਅ ਡਿਫਰੈਂਟ ਆਨਸਰ। ਮਤਲਬ ਇੱਕ ਹੀ ਕੁਐਸਚਨ ਨੂੰ 20 ਵਾਰ ਪੁੱਛੋ, ਆਪਣੇ ਆਪ ਨੂੰ ਪੁੱਛੋ, ਕਿਸੇ ਦੀ ਹੈਲਪ ਲੈ ਕੇ ਕਿਸੇ ਨੂੰ ਪੁੱਛੋ, ਤਾਂ ਤੁਸੀਂ ਉਹਦਾ ਫਿਰ ਤੁਸੀਂ ਕੀ ਕਰਨਾ ਹੈਗਾ, ਹਰ ਵਾਰ ਉਹਦਾ ਡਿਫਰੈਂਟ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਕਿਸੇ ਦੀ ਹੈਲਪ ਲਓਗੇ ਉਹ ਅੱਕ ਸਕਦਾ, ਇਰੀਟੇਟ ਹੋ ਸਕਦਾ ਹੈ ਕਿ ਇੱਕ ਹੀ ਕੁਐਸਚਨ ਬਾਰ-ਬਾਰ ਕਿਉਂ ਪੁੱਛੀ ਜਾ ਰਿਹਾ ਤੂੰ, ਨਾ ਮੈਂ ਹਰ ਵਾਰ ਡਿਫਰੈਂਟ ਆਨਸਰ ਤੁਹਾਨੂੰ ਕਿੱਥੋਂ ਦੇਵਾਂ। ਸੋ ਬੈਟਰ ਹੈ ਕਿ ਤੁਸੀਂ ਇਹ ਚੀਜ਼ ਆਪਣੇ ਆਪ 'ਤੇ ਐਕਸਪੈਰੀਮੈਂਟ ਕਰਕੇ ਦੇਖੋ। ਤੁਸੀਂ ਖੁਦ ਤੋਂ ਪੁੱਛੋ ਕਿ ਕੋਈ ਵੀ ਕੁਐਸਚਨ, ਅਤੇ ਫਿਰ ਖੁਦ ਹੀ ਉਹਦੇ ਅਲੱਗ-ਅਲੱਗ ਆਨਸਰ, ਹਰ ਵਾਰ ਆਨਸਰ ਨੂੰ ਨੋਟ ਕਰੋ, ਹਰ ਵਾਰ ਡਿਫਰੈਂਟ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਇਹਦੇ 'ਚ ਤੁਹਾਡੀ ਕ੍ਰੀਏਟਿਵ ਥਿੰਕਿੰਗ ਇੰਪਰੂਵ ਹੋਏਗੀ। ਐਂਡ ਚੇਂਜ ਯੋਰ ਰੂਟੀਨ। ਆਪਣੀ ਰੂਟੀਨ ਨੂੰ ਚੇਂਜ ਕਰੋ। ਜੋ ਚੀਜ਼ ਤੁਸੀਂ ਡੇਲੀ ਕਰ ਰਹੇ ਹੋ, ਜੋ ਚੀਜ਼ਾਂ ਤੁਸੀਂ ਡੇਲੀ ਕਰ ਹੀ ਰਹੇ ਹੋ, ਹਰ ਰੋਜ਼ ਕਰਦੇ ਹੋ ਰੂਟੀਨ ਦੇ ਵਿੱਚ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਉਹਨਾਂ ਨੂੰ ਥੋੜ੍ਹਾ ਅਲੱਗ ਤਰੀਕੇ ਦੇ ਨਾਲ ਕਰੋ। ਠੀਕ ਹੈ। ਡੂ ਥਿੰਗਸ ਇਨ ਅ ਡਿਫਰੈਂਟ ਵੇ। ਡੂ ਥਿੰਗਸ ਇਨ ਅ ਡਿਫਰੈਂਟ ਵੇ। ਚੀਜ਼ਾਂ ਨੂੰ, ਉਹੀ ਗੱਲ ਹੋ ਗਈ ਕਿ ਚੀਜ਼ਾਂ ਨੂੰ ਅਲੱਗ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰੋ। ਇੱਥੇ ਮੈਂ ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਤੁਹਾਨੂੰ ਜ਼ਰੂਰ ਦੱਸਣੀ ਚਾਹਾਂਗਾ। ਇੰਗਲਿਸ਼ ਦੇ ਵਿੱਚ ਇੱਕ ਕਹਾਵਤ ਹੈ, ਇੱਕ ਉਹਦੇ 'ਚ ਇਹ ਕਿਹਾ ਜਾਂਦਾ ਹੈ ਕਿ ਵਿਨਰਸ ਡੂ ਨਾਟ ਡੂ ਦ ਡਿਫਰੈਂਟ ਥਿੰਗਸ, ਦੇ ਡੂ ਦ ਥਿੰਗਸ ਡਿਫਰੈਂਟਲੀ। ਮਤਲਬ ਜਿਹੜੇ ਜੇਤੂ ਹੁੰਦੇ ਆ, ਜਿਹੜੇ ਜਿੱਤ ਜਾਂਦੇ ਨੇ, ਜਿਹੜੇ ਕਾਮਯਾਬ ਹੋ ਜਾਂਦੇ ਨੇ, ਉਹ ਕੁਝ ਵੱਖਰਾ ਨਹੀਂ ਕਰਦੇ, ਉਹ ਕੁਝ ਅਲੱਗ ਨਹੀਂ ਕਰਦੇ, ਉਹ ਚੀਜ਼ਾਂ ਨੂੰ ਅਲੱਗ ਤਰੀਕੇ ਦੇ ਨਾਲ ਕਰਦੇ ਆ। ਠੀਕ ਹੈ। ਬਹੁਤ ਹੀ ਇੰਪੋਰਟੈਂਟ ਜਿਹੜੀ ਇਹ ਕੋਟੇਸ਼ਨ ਹੈ ਕਿ ਵਿਨਰਸ ਡੂ ਨਾਟ ਡੂ ਦ ਡਿਫਰੈਂਟ ਥਿੰਗਸ, ਦੇ ਡੂ ਦ ਥਿੰਗਸ ਡਿਫਰੈਂਟਲੀ। ਮਤਲਬ ਉਹ ਚੀਜ਼ਾਂ ਨੂੰ ਅਲੱਗ ਤਰੀਕੇ ਦੇ ਨਾਲ ਕਰਦੇ ਆ, ਜਿਹੜੇ ਰੂਟੀਨ ਤੋਂ ਹਟ ਕੇ, ਅਤੇ ਉਹਨਾਂ ਨੂੰ ਰਿਜ਼ਲਟ ਜਿਹੜਾ ਉਹ ਆਪਣੇ ਆਪ ਹੀ ਮਿਲ ਜਾਂਦਾ ਹੈ। ਅਤੇ ਉਹ ਕਹਿੰਦਾ ਹੈ ਕਿ ਰੂਟੀਨ ਨੂੰ ਛੱਡ ਕੇ ਉਹਨੂੰ ਥੋੜ੍ਹਾ ਅਲੱਗ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ। ਅਤੇ ਜਿਹੜੀਆਂ ਤੁਸੀਂ ਚੀਜ਼ਾਂ ਰੋਜ਼ ਕਰਦੇ ਹੋ ਉਹਨਾਂ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰੋ। ਇਹਦੇ ਨਾਲ ਵੀ ਤੁਹਾਡੀ ਕ੍ਰੀਏਟਿਵ ਥਿੰਕਿੰਗ ਹੈ ਇੰਪਰੂਵ ਹੋਏਗੀ। ਸੋ ਲਾਸਟ ਕਿ ਕੀਪ ਅ ਸਮੋਲ ਨੋਟਬੁੱਕ ਟੂ ਨੋਟ ਡਾਊਨ ਯੂਰ ਆਈਡੀਆਜ਼। ਆਈਡੀਆ ਦੇ ਸਪੈਲਿੰਗ ਇੱਥੇ ਗਲਤ ਨੇ, ਇਹ ਮਿਸਿੰਗ ਹੈ। ਐਂਡ ਉਹ ਕਹਿੰਦੇ ਇੱਕ ਛੋਟੀ ਜਿਹੀ ਨੋਟਬੁੱਕ ਜਿਹੜੀ ਪੋਕਿਟ ਡਾਇਰੀ ਹੈ ਉਹ ਤੁਸੀਂ ਆਪਣੇ ਕੋਲ ਰੱਖੋ, ਤਾਂ ਕਿ ਜਿੱਥੇ ਵੀ ਤੁਹਾਨੂੰ ਕੋਈ ਆਈਡੀਆ, ਕੋਈ ਨਵੀਂ ਚੀਜ਼ ਇੱਕਦਮ ਮਾਈਂਡ ਦੇ ਵਿੱਚ ਆਉਂਦੀ ਹੈ ਤਾਂ ਤੁਸੀਂ ਉਹਨੂੰ ਨੋਟ ਕਰ ਸਕੋ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕਿਸੇ ਸਫ਼ਰ 'ਤੇ ਹੁੰਦੇ ਹਾਂ, ਵੀ ਆਰ ਟਰੈਵਲਿੰਗ, ਵੀ ਆਰ ਗੋਇੰਗ ਸਮਵੇਅਰ, ਸੋ ਕੀ ਹੈ ਵੀ ਸਾਡੇ ਮਾਈਂਡ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਕ੍ਰੀਏਟਿਵ ਆਈਡੀਆ ਆਇਆ, ਅਤੇ ਤੁਸੀਂ ਕਿਹਾ ਕਿ ਚਲੋ ਮੈਂ ਟਰਾਈ ਕਰਾਂਗਾ ਜਾਂ ਮੈਂ ਘਰ ਨੋਟ ਕਰਾਂਗਾ ਜਾ ਕੇ। ਅਤੇ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਵਾਪਸੀ ਹੈ, ਰਿਟਰਨ ਹੈ, ਉਹ ਨੈਕਸਟ ਡੇ ਹੁੰਦਾ ਹੈ, ਜਾਂ ਫਿਰ ਡੇ ਆਫਟਰ ਟਮੋਰੋ ਹੁੰਦਾ ਹੈ, ਜਾਂ ਫਿਰ ਈਵਨ 1 ਵੀਕ ਹੁੰਦਾ ਹੈ। ਅਤੇ ਉਹ ਜਿਹੜਾ ਆਈਡੀਆ ਸਾਡੇ ਮਾਈਂਡ ਦੇ ਵਿੱਚ ਆਇਆ ਸੀ, ਉਹ ਜਦ ਤੱਕ ਅਸੀਂ ਵਾਪਸ ਆਉਂਦੇ ਹਾਂ, ਜਦ ਤੱਕ ਅਸੀਂ ਉਹਨੂੰ ਕਰਕੇ ਐਕਸਪੀਰੀਅੰਸ ਕਰਕੇ ਦੇਖਣਾ ਹੈ, ਤਦ ਤੱਕ ਅਸੀਂ ਉਹ ਆਈਡੀਆ ਭੁੱਲ ਚੁੱਕੇ ਹੁੰਦੇ ਹਾਂ। ਸੋ ਦੈਟਸ ਵਾਈ ਦੇ ਆਰ ਸੇਇੰਗ ਕਿ you should have a small notebook in your pocket so that you could note down the idea that comes to your mind. ਉਮੀਦ ਹੈ ਜੇ ਤੁਹਾਨੂੰ ਇਹ ਪੁਆਇੰਟਸ ਕਲੀਅਰ ਹੋ ਗਏ ਹੋਣਗੇ ਕਿ ਜੇ ਤੁਸੀਂ ਕ੍ਰੀਏਟਿਵ ਥਿੰਕਿੰਗ ਦੇ ਲਈ ਆਪਣੀ ਇੰਪਰੂਵਮੈਂਟ ਕਰਨੀ ਆ ਤਾਂ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਹੈਲਪ ਕਰ ਸਕਦੀਆਂ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਆਈਡੀਆਜ਼ ਹੁੰਦੇ ਨੇ, ਬਟ ਆਪਾਂ ਮੇਨ ਚੀਜ਼ਾਂ ਦੀ ਗੱਲ ਕੀਤੀ ਹੈ। ਇਹਦੇ ਨਾਲ ਤੁਹਾਡੀ ਕ੍ਰੀਏਟਿਵ ਥਿੰਕਿੰਗ ਜਿਹੜੀ ਉਹ ਇੰਪਰੂਵ ਹੋ ਸਕਦੀ ਹੈ। ਨੈਕਸਟ ਜੀ ਲੌਜੀਕਲ ਥਿੰਕਿੰਗ। ਲੌਜੀਕਲ ਥਿੰਕਿੰਗ ਦਾ ਮਤਲਬ ਹੁੰਦਾ ਲੌਜਿਕ ਦੇ ਨਾਲ ਸੋਚਣਾ। ਠੀਕ ਹੈ। ਸੋ ਲੌਜੀਕਲ ਥਿੰਕਿੰਗ ਹੈਲਪਸ ਟੂ ਫਾਈਂਡ ਆਊਟ ਦ ਟਰੂਥ। ਆਪਾਂ ਕਹਿੰਦੇ ਇਹਦਾ ਕੋਈ ਲੌਜਿਕ ਹੀ ਨਹੀਂ ਬਣਦਾ, ਕੋਈ ਸਾਨੂੰ ਬੇਤੁਕੀ ਗੱਲ ਸੁਣਾਉਂਦਾ ਹੈ ਤਾਂ ਅਸੀਂ ਉਹਨੂੰ ਝੱਟ ਕਹਿ ਦਿੰਦੇ ਹਾਂ ਕਿ ਇਹ ਕੀ ਹੈ, ਇਹਦਾ ਤਾਂ ਕੋਈ ਲੌਜਿਕ ਹੀ ਨਹੀਂ ਬਣਦਾ। ਤਾਂ ਮਤਲਬ ਲੌਜਿਕ ਹੁੰਦਾ ਜੋ ਚੀਜ਼ ਤੱਥਾਂ ਦੇ ਆਧਾਰ 'ਤੇ ਹੁੰਦੀ ਹੈ। ਲਾਈਕ ਸਾਇੰਸ ਤੱਥਾਂ ਦੇ ਆਧਾਰ 'ਤੇ ਹੁੰਦੀ ਹੈ। ਜਿਵੇਂ ਅਸੀਂ ਹਿਸਟਰੀ ਸਬਜੈਕਟ ਦੀ ਗੱਲ ਕਰੀਏ, ਉਹਦੇ 'ਚ ਬਹੁਤ ਚੀਜ਼ਾਂ ਮਨ ਘੜਤ ਆ ਜਾਂਦੀਆਂ ਨੇ, ਲਾਈਕ ਇਤਿਹਾਸ, ਮਿਥਿਹਾਸ ਇੱਕ ਵਰਡ ਹੁੰਦਾ ਹੈ, ਮਿਥਿਹਾਸ, ਜਿੱਥੇ ਕੁਝ ਚੀਜ਼ਾਂ ਮਿੱਥ ਲਈਆਂ ਜਾਂਦੀਆਂ ਨੇ। ਮੰਨ ਲਓ ਜਿਹੜੇ ਹਿਸਟੋਰੀਅਨ ਨੇ ਉਹਨਾਂ ਨੂੰ
ਇੱਕ ਪਰਟੀਕੂਲਰ ਪੀਰੀਅਡ ਦੀ ਕੋਈ ਇਨਫੋਰਮੇਸ਼ਨ ਨਹੀਂ ਮਿਲਦੀ। ਉਹਨਾਂ ਕੋਲੇ ਉਸ ਪੀਰੀਅਡ ਤੋਂ ਪਹਿਲਾਂ ਦੀ ਇਨਫੋਰਮੇਸ਼ਨ ਵੀ ਹੈ, ਉਸ ਪੀਰੀਅਡ ਤੋਂ ਬਾਅਦ ਦੀ ਇਨਫੋਰਮੇਸ਼ਨ ਵੀ ਹੈ, ਬਟ ਦੇ ਡੋਂਟ ਨੋ ਅਬਾਊਟ ਦੈਟ ਪਰਟੀਕੂਲਰ ਪੀਰੀਅਡ। ਤਾਂ ਫਿਰ ਉਹ ਕੀ ਕਰਦੇ ਆ, ਉਸ ਚੀਜ਼ ਨੂੰ ਅੰਦਾਜ਼ਿਆਂ ਦੇ ਨਾਲ ਲਾ ਲੈਂਦੇ ਵੀ ਇੱਥੇ ਆਹ ਹੋਇਆ ਹੋਊਗਾ, ਇੱਥੇ ਆਹ ਹੋਇਆ ਹੋਊਗਾ। ਦੈਟਸ ਕੋਲਡ ਮਿਥਿਹਾਸ। ਦੈਟਸ ਵਾਈ ਕਿ ਜਿੰਨੇ ਵੀ ਇਤਿਹਾਸਕਾਰ ਨੇ ਉਹਨਾਂ 'ਚ ਹਮੇਸ਼ਾ ਮਤਭੇਦ ਰਹਿੰਦਾ ਹੈ। ਇੱਕ ਕਹਿੰਦਾ ਨਹੀਂ ਇਹ ਐਂ ਹੋਇਆ ਸੀ, ਦੂਜਾ ਕਹਿੰਦਾ ਇਹ ਐਂ ਹੋਇਆ। ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੈ ਤਾਂ ਉਹਨੂੰ ਇਹ ਚੀਜ਼ ਭਲੀ ਭਾਂਤੀ ਜਾਣਦੇ ਹੋਣਗੇ ਕਿ ਬੁੱਕ 'ਤੇ ਹਮੇਸ਼ਾ ਹੀ ਲਿਖਿਆ ਹੁੰਦਾ ਹੈ ਕਿ ਇਸ ਚੀਜ਼ ਨੂੰ ਲੈ ਕੇ ਵੀ ਇਤਿਹਾਸਕਾਰਾਂ ਦੇ ਵਿੱਚ ਮਤਭੇਦ ਹੈ। ਬਟ ਸਾਇੰਸ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਸਾਇੰਸ ਕਿਉਂਕਿ ਤੱਥਾਂ ਦੇ ਆਧਾਰਿਤ ਹੈ, ਫੈਕਟ ਦੇ ਆਧਾਰਿਤ ਹੈ, ਟਰੁੱਥ ਦੇ ਅਤੇ ਲੌਜੀਕਲ ਹੈ। ਉਹ ਲੌਜੀਕਲ ਹੈ, ਇਸ ਕਰਕੇ ਸਾਇੰਸ ਹੈ। ਜੇ ਕੋਈ ਦੋ ਜਿਹੜੇ ਕੈਮੀਕਲ ਮਿਲ ਕੇ ਇੱਕ ਤੀਸਰਾ ਕੈਮੀਕਲ ਬਣਾਉਂਦੇ ਆ ਤਾਂ ਉਹ ਬਣਾਉਂਦੇ ਆ, ਦੈਟਸ ਇਟ। ਉਹਦੇ 'ਚ ਕੋਈ ਇਤਿਹਾਸ ਮਿਥਿਹਾਸ ਨਹੀਂ ਹੁੰਦਾ, ਕੋਈ ਅੰਦਾਜ਼ਾ ਨਹੀਂ ਲਾ ਸਕਦਾ, ਕੋਈ ਮਿੱਥ ਨਹੀਂ ਰੱਖ ਸਕਦਾ ਕਿ ਐਂ ਹੋਇਆ, ਐਂ ਹੋਇਆ। ਜੋ ਚੀਜ਼ ਉਹ ਅੱਜ ਤੋਂ 10 ਸਾਲ 20 ਸਾਲ ਪਹਿਲਾਂ ਉਹ ਨਵਾਂ ਇੱਕ ਜੋ ਵੀ ਕੈਮੀਕਲ ਜਿਹੜਾ ਉਹਨਾਂ ਤੋਂ ਬਣਦਾ ਸੀ, ਅੱਜ ਵੀ ਸੇਮ ਚੀਜ਼ ਜਿਹੜੀ ਉਹ ਬਣਾ ਰਹੇ ਆ। ਸੋ ਲੌਜੀਕਲ ਦਾ ਮਤਲਬ ਹੁੰਦਾ ਲੌਜਿਕ ਦੇ ਨਾਲ, ਸੱਚਾਈ ਦੇ ਨਾਲ ਸੋਚਣਾ। ਸੋ ਲੌਜੀਕਲ ਥਿੰਕਿੰਗ ਹੈਲਪਸ ਟੂ ਫਾਈਂਡ ਆਊਟ ਟਰੂਥ, ਸੋਲਵ ਪ੍ਰੋਬਲਮਸ ਐਂਡ ਮੇਕ ਗੁੱਡ ਡਿਸੀਜ਼ਨਸ। ਪ੍ਰੋਬਲਮਸ ਨੂੰ ਸੋਲਵ ਕਰਨਾ ਅਤੇ ਵਧੀਆ ਡਿਸੀਜ਼ਨ ਲੈਣ ਦੇ ਲਈ ਬਹੁਤ ਹੀ ਜ਼ਿਆਦਾ ਜਿੱਥੇ ਕ੍ਰੀਏਟਿਵ ਥਿੰਕਿੰਗ ਸੀਗੀ ਥੋੜ੍ਹੀ ਜਿਹੀ ਕਿ ਅਸੀਂ ਰਿਲੈਕਸ ਫੀਲ ਕਰਦੇ ਹਾਂ, ਪਲੇਫੁਲ ਫੀਲ ਕਰਦੇ ਹਾਂ, ਐਂਡ ਸਾਨੂੰ ਲੱਗਦਾ ਹੈ ਕਿ ਅਸੀਂ ਸਾਡੇ 'ਤੇ ਕੋਈ ਬਰਡਨ ਨਹੀਂ, ਕੋਈ ਬਾਊਂਡ ਨਹੀਂ ਹੈਗੇ ਅਸੀਂ ਕਿਸੇ ਵੀ ਚੀਜ਼ ਦੇ ਨਾਲ। ਅਸੀਂ ਬੜਾ ਆਰਾਮ ਨਾਲ ਵਧੀਆ ਤਰੀਕੇ ਦੇ ਨਾਲ ਖੁੱਲ੍ਹੇ ਮਨ ਦੇ ਨਾਲ, ਓਪਨ ਮਾਈਂਡ ਦੇ ਨਾਲ ਅਸੀਂ ਉਹ ਚੀਜ਼ ਨੂੰ ਕਰਦੇ ਹਾਂ। ਜਿੱਥੇ ਲੌਜੀਕਲ ਥਿੰਕਿੰਗ ਦੀ ਗੱਲ ਕਰੀਏ ਤਾਂ ਇਹ ਟਰੁੱਥ ਦੇ ਆਧਾਰਿਤ ਹੁੰਦੀ ਹੈ, ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਬਹੁਤ ਵਧੀਆ ਹੈ, ਅਤੇ ਮੇਕ ਗੁੱਡ ਡਿਸੀਜ਼ਨ, ਅਤੇ ਵਧੀਆ ਡਿਸੀਜ਼ਨ ਮੇਕਿੰਗ ਜਿਹੜੀ ਤੁਹਾਡੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ। ਇਹਦੇ ਲਈ ਕੁਝ ਪੁਆਇੰਟਸ ਨੇ, ਜੇ ਤੁਸੀਂ ਇਸ ਦੇ ਆਪਣੇ ਸਕਿੱਲਸ ਨੂੰ, ਲੌਜੀਕਲ ਥਿੰਕਿੰਗ ਦੇ ਸਕਿੱਲ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਪੋਲਿਸ਼ ਕਰਨਾ ਚਾਹੁੰਦੇ ਹੋ, ਤੋ ਇਫ ਯੂ ਵਾਂਟ ਟੂ ਪੋਲਿਸ਼ ਯੂਰ ਲੌਜੀਕਲ ਥਿੰਕਿੰਗ ਸਕਿੱਲਸ, ਸੋ ਹੇਅਰ ਆਰ ਸਮ ਪੁਆਇੰਟਸ। The very first is frame a question in the mind। ਮਾਈਂਡ ਦੇ ਵਿੱਚ ਇੱਕ ਕੁਐਸਚਨ ਫਰੇਮ ਕਰੋ, ਠੀਕ ਹੈ, ਕਿ ਆਹ ਚੀਜ਼ ਕੀ ਹੈ। ਦੈਨ ਡਰਾ ਅ ਫਰੇਮਵਰਕ ਫॉर ਕਰੈਕਟ ਆਂਸਰ। ਫਿਰ ਇੱਕ ਫਰੇਮਵਰਕ ਡਰਾ ਕਰੋ ਕਿ ਉਹਦਾ ਕਰੈਕਟ ਆਂਸਰ ਕੀ ਹੈ। ਇੱਥੇ ਸਾਨੂੰ ਜ਼ਿਆਦਾ ਆਂਸਰ ਲੱਭਣ ਦੀ ਲੋੜ ਨਹੀਂ ਕਿਉਂਕਿ ਅਸੀਂ ਕ੍ਰੀਏਟਿਵ ਨਹੀਂ ਸੋਚ ਰਹੇ, ਅਸੀਂ ਲੌਜੀਕਲ ਸੋਚ ਰਹੇ ਹਾਂ। ਐਂਡ ਮੇਕ ਰਾਈਟ ਡਿਸੀਜਨ ਇਨ ਦਾ ਮਾਈਂਡ। ਅਤੇ ਫਿਰ ਆਪਣੇ ਮਾਈਂਡ ਦੇ ਵਿੱਚ ਇੱਕ ਰਾਈਟ ਡਿਸੀਜਨ ਬਣਾਉਣਾ। ਦੈਨ ਟੈਸਟ ਯੋਰਸੈਲਫ। ਫਿਰ ਆਪਣੇ ਆਪ ਨੂੰ ਟੈਸਟ ਕਰਨਾ ਕਿ ਜੋ ਮੈਂ ਡਿਸੀਜਨ ਆਪਣੇ ਮਾਈਂਡ ਦੇ ਵਿੱਚ ਲਿਆ ਸੀ, ਇਜ਼ ਇਟ ਟਰੂ ਔਰ ਫੋਲਸ, ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਵਧੀਆ ਕਿਤਾਬਾਂ ਪੜ੍ਹ ਸਕਦੇ ਹੋ, ਰੀਡ ਗੁੱਡ ਬੁੱਕਸ, ਸੋਲਵ ਪਜ਼ਲਸ ਸੋਲਵ ਕਰਨ ਨਾਲ ਵੀ ਜਿਹੜੀ ਤੁਹਾਡੀ ਲੌਜੀਕਲ ਥਿੰਕਿੰਗ ਹੈ ਉਹ ਇੰਪਰੂਵ ਹੁੰਦੀ ਹੈ। ਇੱਕ ਲੌਜਿਕ ਹੁੰਦਾ ਉਹਦੇ ਪਿੱਛੇ ਵੀ ਕਿ ਆਹ ਚੀਜ਼ ਪਜ਼ਲਸ ਦੇ ਵਿੱਚ ਉਹਨੂੰ ਸੋਲਵ ਅਸੀਂ ਕਰਕੇ ਜਿਹੜੀ ਸਾਡੀ ਲੌਜੀਕਲ ਥਿੰਕਿੰਗ ਸਕਿੱਲਸ ਆ ਉਹ ਇੰਪਰੂਵ ਹੋ ਜਾਂਦੇ ਆ। ਐਂਡ ਲਾਸਟ ਹੈ ਕ੍ਰਿਟੀਕਲ ਥਿੰਕਿੰਗ। ਕ੍ਰਿਟੀਕਲ ਥਿੰਕਿੰਗ ਹੁੰਦਾ ਕਿ ਜਦੋਂ ਅਸੀਂ ਚੀਜ਼ਾਂ ਨੂੰ ਦਾ ਐਨਾਲਿਸਿਸ ਕਰਨ ਲੱਗ ਜਾਂਦੇ ਹਾਂ, ਉਹਨੂੰ ਕ੍ਰਿਟੀਕਲੀ ਉਹਦਾ ਐਨਾਲਿਸਿਸ ਕਰ ਸਕਦੇ ਹਾਂ ਕਿ ਚੀਜ਼ ਆਈ ਕਿਉਂ ਹੈ, ਉਵੇਂ ਕਿਉਂ ਨਹੀਂ, ਠੀਕ ਹੈ। ਕ੍ਰਿਟੀਕਲ ਹੁੰਦਾ ਕਿ ਜਿਹੜੀ ਚੀਜ਼ ਆਈ ਹੈ ਇਹ ਆਈ ਕਿਉਂ ਹੈ, ਇਹ ਇਸ ਤਰ੍ਹਾਂ ਹੋ ਸਕਦੀ, ਇਸ ਤਰ੍ਹਾਂ ਕਿਉਂ ਨਹੀਂ ਹੈਗੀ, ਹੈ ਨਾ, ਇਹ ਇਸ ਤਰ੍ਹਾਂ ਹੋਣੀ ਚਾਹੀਦੀ ਸੀ। ਇੱਕ ਤਾਂ ਹੁੰਦਾ ਹੈ ਕਿ ਤੁਸੀਂ ਬੁੱਕ ਦੇ ਵਿੱਚੋਂ ਚੀਜ਼ ਪੜ੍ਹੀ, ਸਿੱਖੀ, ਜਿਹੜੇ ਪਰਪਸ ਲਈ ਪੜ੍ਹੀ ਸੀ, ਸਿੱਖੀ ਸੀ, ਉੱਥੇ ਉਹਨੂੰ ਜਾ ਕੇ ਅਪਲਾਈ ਕਰਤਾ, ਦੈਟਸ ਇਟ। ਇੱਕ ਹੁੰਦਾ ਹੈ ਕਿ ਉਸ ਚੀਜ਼ ਦੇ ਬਾਰੇ ਰਿਸਰਚ ਕਰਨੀ ਕਿ ਇਹ ਚੀਜ਼ ਆਏ ਆ ਤਾਂ ਆਏ ਕਿਉਂ ਹੈ, ਇਹ ਆਏ ਵੀ ਤਾਂ ਹੋ ਸਕਦੀ ਸੀ, ਇਹ ਆਏ ਕਿਉਂ ਨਹੀਂ, ਹੈ ਨਾ। ਇਹਨਾਂ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਸਾਡੀ ਕ੍ਰਿਟੀਕਲ ਥਿੰਕਿੰਗ। ਸੋ ਕ੍ਰਿਟੀਕਲ ਥਿੰਕਿੰਗ ਇਜ਼ ਦ ਐਬਿਲਿਟੀ ਟੂ ਥਿੰਕ ਕਲੀਅਰਲੀ ਐਂਡ ਰੇਸ਼ਨਲੀ ਅਬਾਊਟ ਵਟ ਟੂ ਡੂ ਔਰ ਵਟ ਟੂ ਬਿਲੀਵ। ਮਤਲਬ ਕ੍ਰਿਟੀਕਲ ਥਿੰਕਿੰਗ ਕੀ ਆ, ਤੁਹਾਡੀ ਐਬਿਲਿਟੀ ਦੀ ਗੱਲ ਕਰਦੇ ਆ ਕਿ ਤੁਸੀਂ ਕਲੀਅਰ ਕੱਟ ਸੋਚ ਸਕੋ, ਰੇਸ਼ਨਲੀ ਸੋਚ ਸਕੋ, ਤਰਕ ਦੇ ਨਾਲ, ਤਰਕ ਕੱਢਦੇ ਹਾਂ ਨਾ ਅਸੀਂ, ਤਰਕਪੂਰਨ ਚੀਜ਼ਾਂ 'ਤੇ ਅਬਾਊਟ ਵਟ ਟੂ ਡੂ, ਕੀ ਕੀਤਾ ਜਾ ਸਕਦਾ, ਔਰ ਵਟ ਟੂ ਬਿਲੀਵ, ਜਿਸ 'ਤੇ ਵਿਸ਼ਵਾਸ ਕਰਨਾ ਹੈ। ਸੋ ਇਟ ਇਨਕਲੂਡਸ ਦ ਐਬਿਲਿਟੀ ਟੂ ਇੰਗੇਜ ਇਨ ਰਿਫਲੈਕਟਿਵ ਐਂਡ ਇੰਡੀਪੈਂਡੈਂਟ ਥਿੰਕਿੰਗ। ਇਹਦੇ 'ਚ ਅਸੀਂ
ਜਿਹੜੀ ਤੁਹਾਡੀ ਐਬਿਲਿਟੀ ਹੈ ਰਿਫਲੈਕਟਿਵ ਅਤੇ ਇੰਡੀਪੈਂਡੈਂਟ ਥਿੰਕਿੰਗ ਦੀ, ਉਹਨੂੰ ਵੀ ਅਸੀਂ ਇਨਕਲੂਡ ਕਰ ਸਕਦੇ ਹਾਂ। ਇਹਦੇ 'ਚ ਵੀ ਇਹੀ ਹੈ ਕ੍ਰਿਟੀਕਲ ਥਿੰਕਿੰਗ ਦੇ ਲਈ ਕਿ ਆਸਕ ਕੁਐਸਚਨ, ਤੁਸੀਂ ਕੁਐਸਚਨ ਪੁੱਛ ਸਕਦੇ ਹੋ। ਦੈਨ ਫਾਈਂਡ ਐਵੀਡੈਂਸ ਥਰੂ ਰਿਐਲਿਟੀ, ਫਿਰ ਰਿਐਲਿਟੀ ਦੇ ਥਰੂ ਉਹਦਾ ਪ੍ਰੂਫ ਲੱਭਣਾ ਕਿ ਜੇ ਚੀਜ਼ ਆਏ ਆ ਇਹ ਵਾਕਈ ਠੀਕ ਹੈ, ਇਸ ਚੀਜ਼ ਸਹੀ ਹੈ ਜਾਂ ਗਲਤ ਹੈ, ਹੈ ਨਾ। ਐਂਡ ਦੈਨ ਜੱਜ ਵੈਲ, ਚੀਜ਼ਾਂ ਨੂੰ ਚੰਗੀ ਤਰ੍ਹਾਂ ਜੱਜ ਕਰਨਾ, ਠੀਕ ਹੈ, ਕਿ ਇਹ ਕਿਵੇਂ ਆ, ਮਤਲਬ ਉਹਦਾ ਰਿਸਰਚ ਕਰਨਾ, ਉਹਦੇ 'ਤੇ ਆਪਣਾ ਪੂਰਾ ਮਤਲਬ ਜਿੰਨਾ ਵੀ ਤੁਹਾਡੀ ਨੌਲੇਜ ਹੈ, ਐਬਿਲਿਟੀ ਹੈ, ਅਕੋਰਡਿੰਗਲੀ ਤੁਸੀਂ ਆਪਣਾ ਪੂਰਾ ਜਿਹੜਾ ਉਹਦੇ 'ਤੇ ਜ਼ੋਰ ਲਾ ਦੇਣਾ ਉਹ ਚੀਜ਼ 'ਤੇ ਕਿ ਇਹ ਚੀਜ਼ ਕਿਉਂ ਆਇਆ, ਉਹਨੂੰ ਚੰਗੀ ਤਰ੍ਹਾਂ ਜੱਜ ਕਰਨਾ। ਜਦ ਕਿ ਨੋਰਮਲੀ ਜਦੋਂ ਅਸੀਂ ਕ੍ਰੀਏਟਿਵ ਦੇ ਵਿੱਚ ਅਸੀਂ ਚੀਜ਼ਾਂ ਨੂੰ ਜੱਜ ਨਹੀਂ ਕਰਦੇ, ਜਸਟ ਅਲੱਗ-ਅਲੱਗ ਚੀਜ਼ਾਂ ਉਹਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਕ੍ਰੀਏਟਿਵ ਵੇ ਦੇ ਵਿੱਚ ਕਰਕੇ ਦੇਖਦੇ ਹਾਂ, ਅਤੇ ਲੌਜਿਕ ਦੇ ਵਿੱਚ ਅਸੀਂ ਸੱਚਾਈ ਲੱਭਦੇ ਹਾਂ, ਠੀਕ ਹੈ। ਅਤੇ ਇਹਦੇ 'ਚ ਅਸੀਂ ਉਹ ਚੀਜ਼ 'ਤੇ ਰਿਸਰਚ ਕਰਦੇ ਹਾਂ ਕਿ ਜੱਜ ਵੈਲ, ਚੰਗੀ ਤਰ੍ਹਾਂ ਉਹਨੂੰ ਜੱਜ ਕਰੋ। ਦੈਨ ਅੰਡਰਸਟੈਂਡ ਦ ਕੁਐਸਚਨ ਨੂੰ ਸਮਝਣਾ। ਫਾਈਂਡ ਦਾ ਬੈਸਟ ਆਨਸਰ ਲੱਭਣ ਦਾ ਮਤਲਬ ਹੈ ਜੋ ਬਿਲਕੁਲ ਨੇੜੇ ਹੋਵੇ। ਜਦੋਂ ਤੁਸੀਂ ਰਿਸਰਚ ਕਰੋਗੇ ਤਾਂ ਤੁਹਾਨੂੰ ਬੈਸਟ ਆਨਸਰ ਹੀ ਮਿਲੇਗਾ। ਜੇ ਤੁਹਾਨੂੰ ਲੱਗਦਾ ਕਿ ਆ ਵੀ ਹੋ ਸਕਦਾ, ਇਹਦਾ ਆ ਵੀ ਹੋ ਸਕਦਾ ਹੈ ਆਨਸਰ, ਬਟ ਜਦੋਂ ਤੁਸੀਂ ਰਿਸਰਚ ਕਰੋਗੇ ਦੈਨ ਯੂ ਕੁਡ ਫਾਈਂਡ ਬੈਸਟ ਵਨ, ਕਿ ਜਾਂ ਦਿਸ ਇਜ਼ ਦ ਬੈਸਟ ਵਨ। ਬਾਕੀ ਚੀਜ਼ਾਂ ਨੂੰ ਅਸੀਂ ਅਵੋਇਡ ਕਰ ਸਕਦੇ ਹਾਂ। ਜਦ ਕਿ ਕ੍ਰੀਏਟਿਵ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਹੀ ਟਰਾਈ ਕਰਨੀਆਂ ਵਾਰੀ ਕਿ ਇਹਦਾ ਆ ਵੀ ਆਨਸਰ ਹੋ ਸਕਦਾ, ਆ ਵੀ ਆਨਸਰ ਹੋ ਸਕਦਾ, ਇਹ 'ਚ ਅਸੀਂ ਬੈਸਟ ਵਨ ਚੂਜ਼ ਕਰਨਾ ਹੈ। ਅਤੇ ਮੇਕ ਕਨਕਲੂਜ਼ਨ, ਜਦੋਂ ਤੁਸੀਂ ਕਿਸੇ ਚੀਜ਼ ਦਾ ਕਨਕਲੂਜ਼ਨ ਲਿਖਦੇ ਹੋ, ਤੁਸੀਂ ਕੁਐਸਚਨ ਦੇ ਵਿੱਚ ਲਾਸਟ 'ਤੇ ਕਨਕਲੂਜ਼ਨ ਲਿਖਦੇ ਹੋ ਨਾ, ਤਾਂ ਤੁਸੀਂ ਜਨਰਲੀ ਕੀ ਕਰਦੇ ਹੋ, ਉਹਦੇ 'ਚ ਤੁਹਾਡੀ ਖੁਦ ਦੀ ਲੈਂਗੁਏਜ ਹੁੰਦੀ ਹੈ। ਜੇ ਸਹੀ ਮਾਇਨੇ 'ਚ ਦੇਖੀਏ, ਜੋ ਅਸੀਂ ਉੱਪਰ ਆਥਰ ਦੀ ਲਿਖੀ ਹੋਈ ਬੁੱਕ ਦੇ ਵਿੱਚੋਂ ਪੜ੍ਹਿਆ ਕਿ ਆਹ ਚੀਜ਼ ਐਂ ਹੁੰਦੀ ਹੈ, ਤਾਂ ਅਸੀਂ ਲਾਸਟ 'ਤੇ ਫਿਰ ਆਪਣੇ ਵਿਚਾਰਾਂ ਦੇ ਵਿੱਚ ਲਿਖਦੇ ਹਾਂ ਕਿ ਮਤਲਬ ਫਰੋਮ ਦਾ ਅਬਵ ਐਕਸਪਲੇਨੇਸ਼ਨ, ਫਰੋਮ ਦਾ ਅਬਵ ਡੈਫੀਨੇਸ਼ਨਸ, ਮਤਲਬ ਵੀ ਕੈਨ ਸੇ ਦੈਟ, ਅਸੀਂ ਕਹਿ ਸਕਦੇ ਹਾਂ। ਅਸੀਂ ਆਪਣਾ ਕਨਕਲੂਜ਼ਨ ਇਸ ਤਰ੍ਹਾਂ ਸ਼ੁਰੂ ਕਰਦੇ ਹਾਂ ਹਮੇਸ਼ਾ ਹੀ ਜਨਰਲੀ ਕਿ ਐਟ ਲਾਸਟ ਵੀ ਕੈਨ ਸੇ ਦੈਟ ਫਰੋਮ ਦਾ ਅਬਵ ਐਕਸਪਲੇਨੇਸ਼ਨ ਵੀ ਕੈਨ ਸੇ ਦੈਟ, ਠੀਕ ਹੈ। ਐਂਡ ਆਈ ਪੈਨ ਡਾਊਨ ਬਾਈ ਸੇਇੰਗ ਦਿਸ, ਤਾਂ ਮਤਲਬ ਉੱਥੇ ਤੁਹਾਡੇ ਖੁਦ ਦੇ ਵਿਚਾਰ ਹੁੰਦੇ ਕਿ ਆਹ ਚੀਜ਼ ਜੇ ਉੱਪਰ ਆਹ ਚੀਜ਼ ਐਂ ਸੀ ਤਾਂ ਐਂ ਸੀ, ਤਾਂ ਉਹਦੇ ਨਾਲ ਤੁਹਾਡੀ ਜਿਹੜੀ ਹੈ ਉਹ ਕ੍ਰਿਟੀਕਲ ਥਿੰਕਿੰਗ ਹੈ ਉਹ ਵੱਧਦੀ ਹੈ। ਆਪਾਂ ਕਹਿੰਦੇ ਕੁੱਲ ਮਿਲਾ ਕੇ, ਜੇ ਮੈਂ ਪੰਜਾਬੀ 'ਚ ਦੱਸਾਂ ਤਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ, ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਦਹੇਜ ਪ੍ਰਥਾ ਬਾਰੇ ਗੱਲ ਕੀਤੀ ਹੈ ਉੱਪਰ, ਠੀਕ ਹੈ, ਅਤੇ ਦਹੇਜ ਪ੍ਰਥਾ ਬਾਰੇ ਜੇ ਤੁਸੀਂ ਲਾਸਟ 'ਤੇ ਕਨਕਲੂਜ਼ਨ ਲਿਖੋਗੇ, ਸਿੱਟਾ ਲਿਖੋਗੇ, ਤਾਂ ਤੁਸੀਂ ਸਾਰਾਂਸ਼ ਦੇ ਵਿੱਚ ਕੀ ਲਿਖੋਗੇ ਕਿ ਉਪਰੋਕਤ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਜਿਹੜਾ ਦਹੇਜ ਹੈ ਉਹ ਕੁਛ ਹੱਦ ਤੱਕ ਠੀਕ ਵੀ ਹੈ ਅਤੇ ਕਾਫੀ ਹੱਦ ਤੱਕ ਗਲਤ ਹੈ। ਇੱਥੇ ਤੁਸੀਂ ਉਸ ਚੀਜ਼ ਨੂੰ ਕ੍ਰਿਟੀਕਲੀ ਐਨਾਲਾਈਜ਼ ਕਰ ਰਹੇ ਹੋ ਕਿ ਉਹ ਚੀਜ਼ ਸਹੀ ਹੈ ਕਿ ਗਲਤ ਹੈ, ਤੁਸੀਂ ਆਪਣੇ ਵਿਚਾਰਾਂ ਦੇ ਨਾਲ। ਸੋ ਇਹ ਹੁੰਦੀ ਹੈ ਰਾਜੇ ਕ੍ਰਿਟੀਕਲ ਥਿੰਕਿੰਗ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਏਗੀ। ਫਿਰ ਵੀ ਕੋਈ ਪ੍ਰੋਬਲਮ ਹੋਵੇ ਤਾਂ ਮੈਂ ਹਮੇਸ਼ਾ ਹੀ ਤੁਹਾਨੂੰ ਕਹਿਣਾ ਹੈ ਕਿ ਡੋਂਟ ਹੈਜ਼ੀਟੇਟ ਟੂ ਕੰਟੈਕਟ ਮੀ, ਠੀਕ ਹੈ। ਫੀਲ ਫਰੀ ਟੂ ਕੰਟੈਕਟ ਮੀ, ਤੁਸੀਂ ਕਦੇ ਵੀ ਮੈਨੂੰ ਪੁੱਛ ਸਕਦੇ ਹੋ ਇਹਦੇ ਬਾਰੇ, ਕੋਈ ਚੀਜ਼ ਨਾ ਸਮਝ ਆਵੇ। ਵੈਸੇ ਹਜੇ ਤੱਕ ਤਾਂ ਆਪਣੇ ਈਜ਼ੀ ਟੋਪਿਕ ਹੀ ਆ ਰਹੇ ਆ, ਹੋ ਸਕਦਾ ਅੱਗੇ ਜਾ ਕੇ ਕੁਛ ਕੰਪਲੈਕਸ ਟੋਪਿਕ ਆਉਣ ਜਿੱਥੇ ਤੁਹਾਨੂੰ ਲੱਗੇ ਕਿ ਯਾਰ ਦੇਰ ਇਜ਼ ਨੀਡ ਆਫ ਹੈਲਪ। ਤਾਂ ਜੇ ਤੁਹਾਨੂੰ ਕਿਤੇ ਵੀ ਲੱਗੇ ਕਿ ਯੂ ਆਰ ਫੇਸਿੰਗ ਐਨੀ ਪ੍ਰੋਬਲਮ ਇਨ ਦਿਸ ਸਬਜੈਕਟ, ਸੋ ਆਈ ਐਮ ਆਲਵੇਜ਼ ਦੇਅਰ, ਤੁਸੀਂ ਕਦੇ ਵੀ ਮੈਥੋਂ ਕੁਛ ਵੀ ਪੁੱਛ ਸਕਦੇ ਹੋ। ਤਾਂ ਅੱਜ ਦਾ ਟੋਪਿਕ ਆਪਾਂ ਇੱਥੇ ਖ਼ਤਮ ਕਰਦੇ ਹਾਂ। ਅਗਲੇ ਟੋਪਿਕ 'ਚ ਆਪਾਂ ਫਿਰ ਗੱਲ ਕਰਾਂਗੇ ਜੀ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਦੀ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਅਗਲੀ ਇੰਪੋਰਟੈਂਟ ਵੀਡੀਓ ਦੇ ਨਾਲ। ਤਦ ਤੱਕ ਦੇਖਦੇ ਰਹੋ ਦਲਜੀਤ ਐਜੂਕੇਸ਼ਨ ਵਰਲਡ, ਅਤੇ ਪਲੀਜ਼ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੀ ਹੈਲਪ ਕਰੋ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਆਪਣੇ ਨੋਨਸ ਤੋਂ, ਡੀਅਰੈਸਟ ਤੋਂ ਵੀ ਕਹਿ ਕੇ ਕਰਵਾਓ। ਤੁਹਾਡੇ ਕੋਈ ਰਿਲੇਟਿਵ ਨੇ, ਤੁਹਾਡੇ ਕੋਈ ਫਰੈਂਡਸ ਨੇ, ਜੇ ਕੋਈ TT ਜਾਂ BEd ਕਰ ਰਿਹਾ, ਤੁਸੀਂ ਉਹਨਾਂ ਨੂੰ ਵੀ ਇਹ ਲਿੰਕ ਭੇਜ ਸਕਦੇ ਹੋ ਚੈਨਲ ਦਾ। ਤਾਂ ਕਿਉਂਕਿ ਮੈਂ ਤੁਹਾਡੀ ਹੈਲਪ ਕਰ ਰਿਹਾ ਵਾਂ ਡੇਲੀ ਦਾ ਇੱਕ ਲੈਕਚਰ ਤੁਹਾਨੂੰ ਦੇ ਕੇ, ਜੋਬਸ ਦੀ ਇਨਫੋਰਮੇਸ਼ਨ ਦੇ ਕੇ, ਅਤੇ ਤੁਸੀਂ ਵੀ ਮੇਰੀ ਹੈਲਪ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ। ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਜੀ। ਦੇਖਦੇ ਰਹੋ ਦਲਜੀਤ ਐਜੂਕੇਸ਼ਨ ਵਰਲਡ।